प्यारे विद्यार्थियों, आप सब जी का निੱਘਾ स्वागत है। ਅੱਜ ਅਸੀਂ 6ਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਵਿੱਚੋਂ ਭੂਗੋਲ ਭਾਗ ਦੇ ਪਾਠ ਦੂਜਾ ਗਲੋਬ ਬਾਰੇ ਅਧਿਐਨ ਕਰਾਂਗੇ। ਵਿਦਿਆਰਥੀਓ, ਅੱਜ ਅਸੀਂ ਇਸ ਅਧਿਐਨ ਦੌਰਾਨ ਪਹਿਲਾਂ ਪੜ੍ਹੇ ਗਏ ਪਾਠ ਦੀ ਦੁਹਰਾਈ ਕਰਾਂਗੇ ਔਰ ਇਹ ਦੁਹਰਾਈ ਬਹੁ ਵਿਕਲਪੀ ਪ੍ਰਸ਼ਨਾਂ ਦੇ ਰੂਪ ਵਿੱਚ ਹੋਵੇਗੀ। ਵਿਦਿਆਰਥੀਓ, ਕਿਸੇ ਵੀ ਪਾਠ ਸਮੱਗਰੀ ਦੀ ਦੁਹਰਾਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਦੁਹਰਾਈ ਕਰਨ ਦੇ ਨਾਲ ਹੀ ਅਸੀਂ ਪੜ੍ਹੇ ਹੋਏ ਪਾਠ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੇ ਹਾਂ ਅਤੇ ਨਾਲ ਹੀ ਉਸ ਪਾਠ ਨੂੰ ਯਾਦ ਰੱਖਣ ਦੀ ਸਮਰੱਥਾ ਵੀ ਵੱਧ ਜਾਂਦੀ ਹੈ। ਵਿਦਿਆਰਥੀਓ, ਤੁਸੀਂ ਆਪਣੀ ਕਾਪੀ, ਪੈਨ ਤੇ ਪੈਨਸਿਲ ਆਪਣੇ ਕੋਲ ਜ਼ਰੂਰ ਰੱਖਿਆ ਕਰੋ ਤਾਂ ਜੋ ਤੁਸੀਂ ਮਹੱਤਵਪੂਰਨ ਗੱਲਾਂ ਨੂੰ ਨਾਲ ਦੀ ਨਾਲ ਨੋਟ ਵੀ ਕਰ ਸਕੋ। ਸੋ ਆਓ ਅਸੀਂ ਪਾਠ 2 ਗਲੋਬ ਦੀ ਪੂਰੀ ਦੁਹਰਾਈ ਕਰੀਏ ਅਤੇ ਇਸ ਦੁਹਰਾਈ ਨੂੰ ਮਲਟੀਪਲ ਚੁਆਇਸ ਕੁਐਸਚਨਸ ਰਾਹੀਂ ਪੂਰਾ ਕਰੀਏ। ਸੋ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਕੁਝ ਤਸਵੀਰਾਂ ਦਿਖਾਵਾਂਗਾ। ਤੁਸੀਂ ਇਹਨਾਂ ਤਸਵੀਰਾਂ ਨੂੰ ਗੌਰ ਨਾਲ ਦੇਖਣਾ ਹੈ ਅਤੇ ਤਸਵੀਰ ਨੂੰ ਦੇਖ ਕੇ ਜੋ ਕੁਝ ਪਹਿਲਾਂ ਤੁਹਾਨੂੰ ਪੜ੍ਹਾਇਆ ਜਾ ਚੁੱਕਿਆ ਹੈ ਉਸ ਨੂੰ ਯਾਦ ਰੱਖਣਾ ਹੈ। ਸੋ ਪਹਿਲੀ ਤਸਵੀਰ ਤੁਹਾਡੇ ਸਾਹਮਣੇ ਹੈ, ਜਿਸ ਉੱਪਰ ਊਸ਼ਣ ਤਾਪ ਖੰਡ ਬਾਰੇ ਗੱਲ ਕੀਤੀ ਗਈ ਹੈ। ਮੁੱਖ ਤੌਰ ਤੇ ਇਹ ਤਸਵੀਰ ਤੁਹਾਨੂੰ ਧਰਤੀ ਦੇ ਤਾਪ ਖੰਡਾਂ ਬਾਰੇ ਜਾਣਕਾਰੀ ਦਿੰਦੀ ਹੈ, ਲੇਕਿਨ ਊਸ਼ਣ ਤਾਪ ਖੰਡ ਦਾ ਜੋ ਖੇਤਰ ਇਸ ਤਸਵੀਰ ਵਿੱਚ ਦਿਖਾਇਆ ਗਿਆ ਹੈ ਉਹ ਮੈਂ ਜ਼ਰੂਰ ਆਪ ਸਭ ਦੇ ਸਾਹਮਣੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਜੋ ਭੂਮੱਧ ਰੇਖਾ ਦੇ ਉੱਪਰ ਉੱਤਰ ਵਾਲੇ ਪਾਸੇ ਅਤੇ ਦੱਖਣ ਵਾਲੇ ਪਾਸੇ ਇਹ ਜੋ ਲਾਲ ਰੰਗ ਦੀ ਸਾਰੀ ਪੱਟੀ ਹੈ, ਇਹ ਊਸ਼ਣ ਤਾਪ ਖੰਡ ਦੀ ਪੱਟੀ ਹੈ। ਵਿਦਿਆਰਥੀਓ, ਇਹ ਤੁਹਾਡੀ ਜਾਣਕਾਰੀ ਲਈ ਮੈਂ ਤੁਹਾਨੂੰ ਦੱਸਿਆ ਹੈ। ਇਸ ਤਸਵੀਰ ਨਾਲ ਸੰਬੰਧਿਤ ਹੋਰ ਵੀ ਜੋ ਗੱਲਾਂ ਤੁਹਾਨੂੰ ਯਾਦ ਆ ਰਹੀਆਂ ਨੇ ਉਹ ਇੱਕ ਵਾਰ ਤੁਸੀਂ ਜ਼ਰੂਰ ਆਪਣੇ ਮਨ ਵਿੱਚ ਦੁਹਰਾ ਲਓ। अगली तस्वीर उप ऊष्ण समशीत खंड। इस तस्वीर ਦੇ ਵਿੱਚ ਤੁਹਾਨੂੰ ਇਹ ਪੀਲੇ ਰੰਗ ਦੀ ਪੱਟੀ ਉੱਤਰ ਵਾਲੇ ਪਾਸੇ ਅਤੇ ਦੱਖਣ ਵਾਲੇ ਪਾਸੇ ਵੀ ਇਹ ਪੀਲੇ ਰੰਗ ਦੀ ਜੋ ਪੱਟੀ ਦਿਖਾਈ ਦੇ ਰਹੀ ਹੈ, ਇਹ ਉਪ ਊਸ਼ਣ ਜਾਂ ਸਮਸ਼ੀਤ ਖੰਡ ਦੀ ਪੱਟੀ ਤੁਸੀਂ ਧਿਆਨ ਨਾਲ ਦੇਖੋ ਅਤੇ ਇਸ ਨਾਲ ਸੰਬੰਧਿਤ ਪੜ੍ਹੀ ਗਈ ਸਾਰੀ ਸਮੱਗਰੀ ਨੂੰ ਦੁਬਾਰਾ ਆਪਣੇ ਦਿਮਾਗ ਵਿੱਚ ਲੈ ਕੇ ਆਓ। आओ अगली तस्वीर ਵੱਲ ਚੱਲਦੇ ਹਾਂ।
ਸੋ ਇਹ ਸ਼ੀਤ ਖੰਡ ਦੀ ਪੱਟੀ ਤੁਹਾਨੂੰ ਇਸ ਤਸਵੀਰ ਦੁਆਰਾ ਦਿਖਾਈ ਜਾ ਰਹੀ ਹੈ, ਜੋ ਕਿ ਅਸਮਾਨੀ ਰੰਗ ਦੀ ਵਿੱਚ ਤੁਹਾਨੂੰ ਉੱਤਰ ਵਾਲੇ ਪਾਸੇ ਅਤੇ ਇਸੇ ਤਰ੍ਹਾਂ ਹੀ ਦੱਖਣ ਵਾਲੇ ਪਾਸੇ ਦਰਸਾਈ ਗਈ ਹੈ। ਵਿਦਿਆਰਥੀਓ, ਇਹ ਤਾਪ ਖੰਡਾਂ ਬਾਰੇ ਜੋ ਕੁਝ ਵੀ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ, ਉਸ ਸਾਰੇ ਨੂੰ ਆਪਣੇ ਮਨ ਵਿੱਚ ਦੁਹਰਾਓ, ਯਾਦ ਕਰੋ, ਸੋਚੋ ਕਿ ਤੁਸੀਂ ਪਹਿਲਾਂ ਸ਼ੀਤ ਖੰਡ ਬਾਰੇ ਕੀ ਕੁਝ ਪੜ੍ਹਿਆ ਸੀ, ਉਪ ਊਸ਼ਨ ਤਾਪ ਖੰਡ ਬਾਰੇ ਕੀ ਪੜ੍ਹਿਆ ਸੀ, ਊਸ਼ਨ ਤਾਪ ਖੰਡ ਬਾਰੇ ਕੀ ਪੜ੍ਹਿਆ ਸੀ, ਇਹ ਤਾਪ ਖੰਡ ਕੀ ਹਨ, ਕਿਉਂ ਬਣਾਏ ਗਏ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਵਾਰ ਫਿਰ ਆਪਣੇ ਦਿਮਾਗ ਵਿੱਚ ਜ਼ਰੂਰ ਲੈ ਕੇ ਆਓ। ਆਓ ਅਗਲੀ ਤਸਵੀਰ ਵੱਲ ਦੇਖੀਏ। ਇਸ ਤਸਵੀਰ ਵਿੱਚ ਦੇਖੋ ਤੁਹਾਨੂੰ ਕੀ ਕੁਝ ਦੱਸਿਆ ਗਿਆ ਹੈ। ਅਕਸ਼ਾਂਸ਼ਾਂ ਬਾਰੇ ਤੁਹਾਡੇ ਨਾਲ ਗੱਲ ਕੀਤੀ ਗਈ ਹੈ। ਭੂ-ਮੱਧ ਰੇਖਾ ਤੇ ਬਾਕੀ ਦੇ ਹੋਰ ਅਕਸ਼ਾਂਸ਼ ਉੱਤਰ ਵੱਲ, ਦੱਖਣ ਵੱਲ। ਇਹਨਾਂ ਅਕਸ਼ਾਂਸ਼ਾਂ ਬਾਰੇ ਤੁਹਾਨੂੰ ਜੋ ਕੁਝ ਯਾਦ ਹੈ ਉਸ ਨੂੰ ਆਪਣੇ ਦਿਮਾਗ ਵਿੱਚ ਇੱਕ ਵਾਰ ਫੇਰ ਲੈ ਕੇ ਆਓ। ਆਓ ਅਗਲੀ ਤਸਵੀਰ ਵੱਲ ਚਲੀਏ। ਇਹ ਤਸਵੀਰ ਤੁਹਾਡੇ ਸਾਹਮਣੇ ਦੋ ਚੀਜ਼ਾਂ ਪ੍ਰਸਤੁਤ ਕਰ ਰਹੀ ਹੈ। ਇੱਕ ਮੁੱਖ ਮਧਿਆਨ ਜੋ ਲਾਲ ਰੰਗ ਦੀ ਲੰਬੀ ਲਕੀਰ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ, ਜਿਸ ਨੂੰ ਪ੍ਰਾਈਮ ਮੈਰੀਡੀਅਨ ਕਿਹਾ ਜਾਂਦਾ ਹੈ। ਦੂਸਰੀ ਭੂ-ਮੱਧ ਰੇਖਾ ਜੋ ਪੀਲੇ ਰੰਗ ਦੀ ਲਕੀਰ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ, ਜਿਸ ਨੂੰ ਅਸੀਂ ਇਕੁਏਟਰ ਵੀ ਆਖਦੇ ਹਾਂ। ਸੋ ਇਸ ਤਸਵੀਰ ਦਾ ਅਧਿਐਨ ਕਰੋ। ਇਸ ਤਸਵੀਰ ਨਾਲ ਸੰਬੰਧਿਤ ਜੋ ਵੀ ਤੁਸੀਂ ਸਮੱਗਰੀ ਪੜ੍ਹ ਚੁੱਕੇ ਹੋ, ਉਸ ਨੂੰ ਆਪਣੇ ਦਿਮਾਗ ਵਿੱਚ ਲੈ ਕੇ ਆਓ। ਆਓ ਬਹੁ ਵਿਕਲਪੀ ਪ੍ਰਸ਼ਨਾਂ ਵੱਲ ਵਧੀਏ ਅਤੇ ਇਸ ਪਾਠ ਦਾ ਅਧਿਐਨ ਵੀ ਕਰੀਏ। ਸੋ ਸਭ ਤੋਂ ਪਹਿਲਾ ਪ੍ਰਸ਼ਨ, ਧਰਤੀ ਦੇ ਮਾਡਲ ਨੂੰ ਕੀ ਕਹਿੰਦੇ ਹਨ? ਧਰਤੀ ਦੇ ਮਾਡਲ ਨੂੰ ਕੀ ਕਹਿੰਦੇ ਹਨ? ਨਕਸ਼ਾ, ਧਰਤੀ ਰੂਪ ਜਾਂ ਗਲੋਬ? ਉੱਤਰ ਹੈ ਗਲੋਬ। ਦੂਸਰਾ ਪ੍ਰਸ਼ਨ, ਧਰਤੀ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਧਰਤ ਰੂਪ ਹੈ? ਪ੍ਰਸ਼ਨ ਧਿਆਨ ਨਾਲ ਸਮਝੋ ਕਿ ਧਰਤੀ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਧਰਤ ਰੂਪ ਹੈ? ਉੱਤਰ ਊੜਾ ਪਰਬਤ, ਐੜਾ ਪ੍ਰਾਣੀ, ਈੜੀ ਮੌਸਮ। ਸੋਚੋ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਇੱਕ ਰੂਪ ਹੈ? ਬਿਲਕੁਲ ਠੀਕ, ਊੜਾ ਭਾਗ ਪਰਬਤ। ਅਗਲਾ ਪ੍ਰਸ਼ਨ, ਧਰਤੀ ਹੇਠ ਲਿਖਿਆਂ ਵਿੱਚੋਂ ਕੀ ਹੈ? ਪ੍ਰਸ਼ਨ ਫੇਰ ਸੁਣੋ, ਧਰਤੀ ਹੇਠ ਲਿਖਿਆਂ ਵਿੱਚੋਂ ਕੀ ਹੈ? ਇੱਕ ਗ੍ਰਹਿ, ਗਲੋਬ, ਐਟਲਸ। ਸਹੀ ਉੱਤਰ ਊੜਾ ਭਾਗ ਇੱਕ ਗ੍ਰਹਿ। ਸੋ ਧਰਤੀ ਇੱਕ ਗ੍ਰਹਿ ਹੈ। ਆਓ ਚੌਥਾ ਪ੍ਰਸ਼ਨ ਦੇਖੀਏ। ਧਰਤੀ ਤੇ ਹੇਠ ਲਿਖੇ ਰਹਿੰਦੇ ਹਨ।
ਧਰਤੀ ਤੇ ਹੇਠ ਲਿਖੇ ਰਹਿੰਦੇ ਹਨ? ਵਿਅਕਤੀ, ਜਾਨਵਰ, ਜੀਵ ਜੰਤੂ ਤੇ ਬਨਸਪਤੀ। ਸਹੀ ਉੱਤਰ ਈੜੀ ਭਾਗ ਜੀਵ ਜੰਤੂ ਤੇ ਬਨਸਪਤੀ। ਅਗਲਾ ਪ੍ਰਸ਼ਨ, ਧਰਤੀ ਨੂੰ ਕਿਹੜਾ ਗ੍ਰਹਿ ਕਿਹਾ ਜਾਂਦਾ ਹੈ? ਇੱਕ ਵਾਰ ਫੇਰ ਸੁਣੋ, ਧਰਤੀ ਨੂੰ ਕਿਹੜਾ ਗ੍ਰਹਿ ਕਿਹਾ ਜਾਂਦਾ ਹੈ? ਊੜਾ, ਨੀਲਾ ਗ੍ਰਹਿ, ਐੜਾ, ਪੀਲਾ ਗ੍ਰਹਿ, ਈੜੀ, ਪੁਲਾੜ। ਸਹੀ ਉੱਤਰ ਊੜਾ ਭਾਗ ਨੀਲਾ ਗ੍ਰਹਿ। ਅਗਲਾ ਪ੍ਰਸ਼ਨ, ਧਰਤੀ ਉੱਤੇ ਹੇਠਾਂ ਦਿੱਤੇ ਵਿੱਚੋਂ ਇਹ 7 ਹਨ। ਪ੍ਰਸ਼ਨ ਫੇਰ ਸੁਣੋ, ਧਰਤੀ ਉੱਤੇ ਹੇਠਾਂ ਦਿੱਤੇ ਵਿੱਚੋਂ ਇਹ 7 ਹਨ। ਊੜਾ ਭਾਗ ਮਹਾਸਾਗਰ, ਫਿਰ ਮਹਾਦੀਪ ਜਾਂ ਧਰਤੀ ਦੇ ਭਾਗ। ਸਹੀ ਉੱਤਰ ਮਹਾਦੀਪ। ਬਿਲਕੁਲ ਠੀਕ, ਮਹਾਦੀਪ। ਅਗਲਾ ਪ੍ਰਸ਼ਨ, 7ਵਾਂ ਪ੍ਰਸ਼ਨ, ਧਰਤੀ ਨੂੰ ਹੋਰ ਕੀ ਕਿਹਾ ਜਾਂਦਾ ਹੈ? ਵੱਡਾ ਗੋਲਾ, ਧਰਤ ਗੋਲਾ ਜਾਂ ਭਾਰਾ ਗੋਲਾ? ਵੱਡਾ ਗੋਲਾ, ਧਰਤ ਗੋਲਾ ਜਾਂ ਭਾਰਾ ਗੋਲਾ? ਸਹੀ ਉੱਤਰ ਐੜਾ ਭਾਗ ਧਰਤ ਗੋਲਾ। ਅਗਲਾ ਪ੍ਰਸ਼ਨ, ਧਰਤੀ ਨੂੰ ਕਿਹੜੀ ਰੇਖਾ 2 ਸਮਾਨ ਭਾਗਾਂ ਵਿੱਚ ਵੰਡਦੀ ਹੈ? ਪ੍ਰਸ਼ਨ ਧਿਆਨ ਨਾਲ ਫਿਰ ਤੋਂ ਸੁਣੋ ਕਿ ਧਰਤੀ ਨੂੰ ਕਿਹੜੀ ਰੇਖਾ 2 ਸਮਾਨ ਭਾਗਾਂ ਵਿੱਚ ਵੰਡਦੀ ਹੈ? ਵਿਕਲਪ ਹਨ ਭੂ-ਮੱਧ ਰੇਖਾ, ਕਰਕ ਰੇਖਾ, ਮਕਰ ਰੇਖਾ। ਸਹੀ ਉੱਤਰ ਊੜਾ ਭਾਗ ਭੂ-ਮੱਧ ਰੇਖਾ। ਅਗਲਾ ਪ੍ਰਸ਼ਨ, ਧਰਤੀ ਉੱਤੇ ਸਭ ਤੋਂ ਵੱਡੀ ਅਕਸ਼ਾਂਸ਼ ਰੇਖਾ ਕਿਹੜੀ ਹੈ? ਧਰਤੀ ਉੱਤੇ ਸਭ ਤੋਂ ਵੱਡੀ ਅਕਸ਼ਾਂਸ਼ ਰੇਖਾ ਕਿਹੜੀ ਹੈ? ਊੜਾ ਭਾਗ ਭੂ-ਮੱਧ ਰੇਖਾ, ਐੜਾ ਭਾਗ ਕਰਕ ਰੇਖਾ ਤੇ ਈੜੀ ਮਕਰ ਰੇਖਾ। ਸੋਚੋ ਵਿਦਿਆਰਥੀਓ ਕਿ ਸਭ ਤੋਂ ਵੱਡੀ ਅਕਸ਼ਾਂਸ਼ ਕੀ ਹੈ? ਇਸ ਦਾ ਉੱਤਰ ਊੜਾ ਹੈ ਭੂ-ਮੱਧ ਰੇਖਾ। ਅਗਲਾ ਪ੍ਰਸ਼ਨ, ਧਰਤੀ ਤੇ ਦਰਸਾਈਆਂ ਗਈਆਂ ਰੇਖਾਵਾਂ ਕੀ ਹਨ? ਧਰਤੀ ਤੇ ਦਰਸਾਈਆਂ ਰੇਖਾਵਾਂ ਕੀ ਹਨ? ਊੜਾ ਡਿਜ਼ਾਈਨ, ਐੜਾ ਕਲਪਿਤ ਰੇਖਾ ਜਾਂ ਈੜੀ ਅਸਲ ਰੇਖਾਵਾਂ। ਸੋ ਸਹੀ ਉੱਤਰ ਹੈ ਐੜਾ ਭਾਗ ਕਲਪਿਤ ਰੇਖਾਵਾਂ। ਅਗਲਾ ਪ੍ਰਸ਼ਨ, ਭੂ-ਮੱਧ ਰੇਖਾ ਦੇ 23.5 ਡਿਗਰੀ ਉੱਤਰ ਵੱਲ ਕਿਹੜੀ ਰੇਖਾ ਹੈ? ਵ੍ਰਿਤ, ਕਰਕ ਰੇਖਾ ਜਾਂ ਮਕਰ ਰੇਖਾ? ਸਹੀ ਉੱਤਰ ਕਰਕ ਰੇਖਾ। ਅਗਲਾ ਪ੍ਰਸ਼ਨ, ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਡੈਸ਼ ਹੁੰਦਾ ਜਾਂਦਾ ਹੈ? ਵੱਧਦਾ, ਘਟਦਾ ਜਾਂ ਸਮਾਨ? तो सही उत्तर है कि ਜਿਉਂ-ਜਿਉਂ ਅਸੀਂ ਭੂ-ਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਘਟਦਾ ਜਾਂਦਾ ਹੈ। ਅਗਲਾ ਪ੍ਰਸ਼ਨ ਦੇਖੀਏ, ਹਰੇਕ ਵਿਤਕਾਰ
ਕੀ ਹੁੰਦਾ ਹੈ? ਸੋਡਾ ਭਾਗ, ਵੱਡਾ ਗੋਲਾ, ਅਰਧ ਗੋਲਾ ਜਾਂ ਪੂਰਾ ਗੋਲ? ਯਾਦ ਕਰੋ ਬੇਟਾ ਤੇ ਸਹੀ ਉੱਤਰ ਦਿਓ। ਇਸ ਦਾ ਉੱਤਰ ਐੜਾ ਭਾਗ, ਅਰਧ ਗੋਲਾ। ਅਗਲਾ ਪ੍ਰਸ਼ਨ, ਗਲੋਬ ਉੱਤੇ ਦਿਸ਼ਾਂਤਰਾਂ ਤੇ ਅਕਸ਼ਾਂਸ਼ਾਂ ਦੇ ਜਾਲ ਨੂੰ ਕੀ ਕਹਿੰਦੇ ਹਨ? ਗਲੋਬ ਉੱਤੇ ਦਿਸ਼ਾਂਤਰਾਂ ਤੇ ਅਕਸ਼ਾਂਸ਼ਾਂ ਦੇ ਜਾਲ ਨੂੰ ਕੀ ਕਹਿੰਦੇ ਹਨ? ਵ੍ਰਿਤ, ਗ੍ਰਿਡ, ਕਾਟਵੀਆਂ ਰੇਖਾਵਾਂ? ਸਹੀ ਉੱਤਰ ਗ੍ਰਿਡ ਹੈ। ਅਗਲਾ ਪ੍ਰਸ਼ਨ, ਉਪ ਊਸ਼ਣ ਖੰਡ ਤੇ ਸੂਰਜ ਦੀਆਂ ਕਿਰਨਾਂ ਕਿਵੇਂ ਪੈਂਦੀਆਂ ਹਨ? ਪ੍ਰਸ਼ਨ ਫਿਰ ਸੁਣੋ ਕਿ ਉਪ ਊਸ਼ਣ ਖੰਡ ਤੇ ਸੂਰਜ ਦੀਆਂ ਕਿਰਨਾਂ ਕਿਵੇਂ ਪੈਂਦੀਆਂ ਹਨ? ਤਿਰਛੀਆਂ, ਸਿੱਧੀਆਂ ਜਾਂ ਕੋਈ ਨਹੀਂ? ਸੋ ਇਹ ਤਸਵੀਰ ਇੱਕ ਵਾਰ ਫਿਰ ਤੁਸੀਂ ਦੇਖੋ ਕਿ ਉਪ ਊਸ਼ਣ ਖੰਡ ਕਿਹੜੇ ਹਨ ਤੇ ਇੱਥੇ ਸੂਰਜ ਦੀਆਂ ਕਿਰਨਾਂ ਕਿਵੇਂ ਪੈਂਦੀਆਂ ਹਨ। ਤਸਵੀਰ ਤੁਹਾਡੇ ਸਾਹਮਣੇ ਹੈ। तो फिर प्रश्न वाल आइए कि उप ऊषण खंड ते सूरज दीयां किरनां किवें पैंदियां हन? सही उत्तर ऊड़ा भाग, तिरछियां पैंदियां हन। आओ अगले प्रश्न वाल चलिए। भूमध रेखा दे 66 डिग्री उत्तर वल केड़ा चक्कर है? भूमध रेखा दे 66 डिग्री उत्तर वल केड़ा चक्कर है? ऊड़ा भाग, एंटार्कटिक वृत्त, एड़ा भाग आर्कटिक वृत्त ते ईडी भाग कोई नहीं। सही उत्तर सोचो ते चुनो। सही उत्तर है एड़ा भाग आर्कटिक वृत्त। 17वां प्रश्न, दक्षिणी शीत खंड तो भाव है? ऊड़ा शीत वृत्त, एड़ा दक्षिणी वृत्त ते ईड़ी मकर रेखा। तो सही उत्तर दक्षिणी ध्रुव। 18वां प्रश्न, उप ऊषण खंड नूं होर की कहंदे हन? उप ऊषण खंड नूं होर की कहंदे हन? ऊड़ा समशीत खंड, एड़ा शीत खंड, ईड़ी समान खंड। सो सही उत्तर उप ऊषण खंड नूं की किया जाता है? ऊड़ा भाग सही उत्तर है समशीत खंड। अगे बढ़ते हुए अगला प्रश्न, भूमध रेखा दे 66 डिग्री दक्षिण वल केड़ा चक्कर है? भूमध रेखा दे 66 डिग्री दक्षिण वल केड़ा चक्कर है? ऊड़ा एंटार्कटिक वृत्त, एड़ा आर्कटिक वृत्त, ईड़ी कोई नहीं। सो उत्तर ऊड़ा एंटार्कटिक वृत्त। अगला प्रश्न, उत्तरी शीत खंड तो भाव है? उत्तरी शीत खंड तो भाव है? ऊड़ा शीत वृत्त, एड़ा
ਉੱਤਰੀ ਧਰੁਵ ਤੇ ਈੜੀ ਮਕਰ ਰੇਖਾ। ਸਹੀ ਉੱਤਰ ਐੜਾ ਉੱਤਰੀ ਧਰੁਵ ਹੈ। ਅਗਲਾ ਪ੍ਰਸ਼ਨ, ਊਸ਼ਣ ਤਾਪ ਖੰਡ ਵਿੱਚ ਕੀ ਵੱਧ ਹੁੰਦੀ ਹੈ? ਊਸ਼ਣ ਤਾਪ ਖੰਡ ਵਿੱਚ ਕੀ ਵੱਧ ਹੁੰਦੀ ਹੈ? ਸੋ ਇੱਕ ਵਾਰ ਫੇਰ ਇਹ ਤਸਵੀਰ ਮੈਂ ਆਪ ਸਭ ਨੂੰ ਦਿਖਾ ਰਿਹਾ ਹਾਂ ਦੁਹਰਾਈ ਲਈ ਕਿ ਤੁਸੀਂ ਸੋਚੋ ਤੇ ਸਹੀ ਜਵਾਬ ਦੇ ਪਾਓ। ਤਸਵੀਰ ਨੂੰ ਧਿਆਨ ਨਾਲ ਦੇਖੋ ਤੇ ਆਓ ਪ੍ਰਸ਼ਨ ਵੱਲ ਵਧੀਏ ਕਿ ਊਸ਼ਣ ਤਾਪ ਖੰਡ ਵਿੱਚ ਕੀ ਵੱਧ ਹੁੰਦੀ ਹੈ? ਵਰਖਾ, ਗਰਮੀ ਜਾਂ ਸਰਦੀ? तो सही उत्तर है ਐੜਾ ਭਾਗ ਗਰਮੀ, ਕਿਉਂਕਿ ਇਹ ਊਸ਼ਣ ਤਾਪ ਖੰਡ ਭੂ-ਮੱਧ ਰੇਖਾ ਦੇ ਆਲੇ ਦੁਆਲੇ ਹੈ, ਜਿੱਥੇ ਕਿ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ ਤੇ ਗਰਮੀ ਰਹਿੰਦੀ ਹੈ। ਅਗਲਾ ਪ੍ਰਸ਼ਨ, 180 ਡਿਗਰੀ ਦਿਸ਼ਾਂਤਰ ਨੂੰ ਕੀ ਕਹਿੰਦੇ ਹਨ? ਸਿਫਰ ਦਿਸ਼ਾਂਤਰ, ਆਖਰੀ ਦਿਸ਼ਾਂਤਰ ਜਾਂ 180 ਦਿਸ਼ਾਂਤਰ? ਸਿਫਰ ਦਿਸ਼ਾਂਤਰ, आखिरी दिशांतर या 180 दिशांतर? सही उत्तर सिफर दिशांतर। अगला प्रश्न, ਊਸ਼ਣ ਖੰਡ ਕਿਹੜੀਆਂ ਰੇਖਾਵਾਂ ਵਿੱਚ ਹੈ? ਮੈਂ ਤੁਹਾਨੂੰ ਹੁਣ ਵੀ ਤਸਵੀਰ ਦੁਆਰਾ ਦਿਖਾਈ ਹੈ, ਤੁਸੀਂ ਉਸੇ ਤਸਵੀਰ ਨੂੰ ਯਾਦ ਕਰੋ, ਸੋਚੋ ਤੇ ਹੇਠ ਲਿਖਿਆਂ ਵਿੱਚੋਂ ਇੱਕ ਸਹੀ ਉੱਤਰ ਚੁਣੋ ਕਿ ਊਸ਼ਣ ਖੰਡ ਕਿਹੜੀਆਂ ਰੇਖਾਵਾਂ ਵਿੱਚ ਹੈ? ਕਰਕ ਤੇ ਮਕਰ ਰੇਖਾ ਵਿੱਚ, ਭੂ-ਮੱਧ ਤੇ ਕਰਕ ਰੇਖਾ ਵਿੱਚ ਜਾਂ ਭੂ-ਮੱਧ ਤੇ ਮਕਰ ਰੇਖਾ ਵਿੱਚ? ਸਹੀ ਉੱਤਰ ਊੜਾ ਭਾਗ ਕਰਕ ਤੇ ਮਕਰ ਰੇਖਾਵਾਂ ਦੇ ਵਿਚਕਾਰ ਦਾ ਜੋ ਇਲਾਕਾ ਹੈ ਉਹ ਸਾਰਾ ਊਸ਼ਣ ਖੰਡ ਹੁੰਦਾ ਹੈ। ਅਗਲਾ ਪ੍ਰਸ਼ਨ, ਗ੍ਰੀਨਵਿਚ ਕਿਸ ਸਥਾਨ ਤੇ ਹੈ? ਗ੍ਰੀਨਵਿਚ ਕਿਸ ਸਥਾਨ ਤੇ ਹੈ? ਭਾਰਤ, ਇਟਲੀ ਜਾਂ ਇੰਗਲੈਂਡ? ਸਹੀ ਉੱਤਰ ਈੜੀ ਭਾਗ ਇੰਗਲੈਂਡ। ਹੋਰ ਪ੍ਰਸ਼ਨ ਦੇਖੀਏ ਬੇਟਿਓ। ਭਾਰਤੀ ਸਟੈਂਡਰਡ ਸਮਾਂ ਗ੍ਰੀਨਵਿਚ ਨਾਲੋਂ ਕਿੰਨਾ ਅੱਗੇ ਹੈ? ਭਾਰਤੀ ਸਟੈਂਡਰਡ ਸਮਾਂ ਗ੍ਰੀਨਵਿਚ ਨਾਲੋਂ ਕਿੰਨਾ ਅੱਗੇ ਹੈ? ਊੜਾ ਭਾਗ 5 ਘੰਟੇ 30 ਮਿੰਟ, ਐੜਾ 5 ਘੰਟੇ 20 ਮਿੰਟ, ਈੜੀ 4 ਘੰਟੇ 20 ਮਿੰਟ। ਸਹੀ ਉੱਤਰ ਊੜਾ ਭਾਗ 5 ਘੰਟੇ 30 ਮਿੰਟ ਸਾਡਾ ਭਾਰਤ ਦਾ ਜੋ ਸਮਾਂ ਹੈ ਇਹ ਗ੍ਰੀਨਵਿਚ ਦੇ ਸਮੇਂ ਨਾਲੋਂ ਅੱਗੇ ਹੈ। ਅਗਲਾ ਪ੍ਰਸ਼ਨ, ਅਕਸ਼ਾਂਸ਼ ਡੈਸ਼ ਰੇਖਾਵਾਂ ਹਨ? ਅਕਸ਼ਾਂਸ਼ ਡੈਸ਼ ਰੇਖਾਵਾਂ ਹਨ? ਊੜਾ ਸਮਾਂਤਰ, ਐੜਾ ਲੰਬੀਆਂ ਤੇ ਈੜੀ ਵੱਡੀਆਂ?
ਸਹੀ ਉੱਤਰ ਊੜਾ ਭਾਗ ਸਮਾਂਤਰ। ਅਗਲਾ ਪ੍ਰਸ਼ਨ, ਦਿਸ਼ਾਂਤਰਾਂ ਨੂੰ ਡੈਸ਼ ਕਹਿੰਦੇ ਹਨ। ਦਿਸ਼ਾਂਤਰਾਂ ਨੂੰ ਡੈਸ਼ ਕਹਿੰਦੇ ਹਨ। ਲੰਬਕਾਰ, ਵਿੱਤਕਾਰ, ਸਮਕਾਰ। ਸੋ ਸਹੀ ਉੱਤਰ ਹੈ ਲੰਬਕਾਰ। ਅਗਲਾ ਪ੍ਰਸ਼ਨ, ਆਰਕਟਿਕ ਚੱਕਰ ਤੇ ਸੂਰਜ ਦੀਆਂ ਕਿਰਨਾਂ ਕਿਵੇਂ ਪੈਂਦੀਆਂ ਹਨ? ਆਰਕਟਿਕ ਚੱਕਰ ਤੇ ਸੂਰਜ ਦੀਆਂ ਕਿਰਨਾਂ ਕਿਵੇਂ ਪੈਂਦੀਆਂ ਹਨ? ਊੜਾ, ਤਿਰਛੀਆਂ, ਐੜਾ, ਸਿੱਧੀਆਂ, ਈੜੀ, ਖੜਵੀਆਂ। ਸਹੀ ਉੱਤਰ ਚੁਣੋ ਵਿਦਿਆਰਥੀਓ। ਬਿਲਕੁਲ ਠੀਕ, ਊੜਾ, ਤਿਰਛੀਆਂ। ਅਗਲਾ ਪ੍ਰਸ਼ਨ, ਮੁੱਖ ਮਧਿਆਨ ਰੇਖਾ ਕਿੱਥੋਂ ਲੰਘਦੀ ਹੈ? ਗ੍ਰੀਨਵਿਚ ਵਿੱਚੋਂ, ਭਾਰਤ ਵਿੱਚੋਂ, ਗੋਆ ਵਿੱਚੋਂ। ਸਹੀ ਉੱਤਰ ਊੜਾ ਭਾਗ ਗ੍ਰੀਨਵਿਚ ਵਿੱਚੋਂ। ਅਗਲਾ ਪ੍ਰਸ਼ਨ, ਮੁੱਖ ਮਧਿਆਨ ਰੇਖਾ ਕੀ ਹੈ? ਲੰਬਕਾਰ, ਵਿੱਤਕਾਰ ਜਾਂ ਸਮਕਾਰ? तो सही उत्तर ਊੜਾ ਭਾਗ ਲੰਬਕਾਰ ਹੈ। ਅਗਲਾ ਪ੍ਰਸ਼ਨ, ਲੰਬਕਾਰਾਂ ਦੀ ਗਿਣਤੀ ਕਿੰਨੀ ਹੈ? 181, 360 ਜਾਂ 361? ਲੰਬਕਾਰਾਂ ਦੀ ਸਹੀ ਗਿਣਤੀ ਐੜਾ ਭਾਗ 360 ਹੈ। ਅਗਲਾ ਪ੍ਰਸ਼ਨ, ਕਿਸੇ ਸਥਾਨ ਦੇ ਸਮੇਂ ਦਾ ਪਤਾ ਕਿਹੜੀਆਂ ਰੇਖਾਵਾਂ ਦੀ ਮਦਦ ਨਾਲ ਲੱਗਦਾ ਹੈ? ਲੰਬਕਾਰ ਰੇਖਾਵਾਂ ਨਾਲ, ਵਿੱਤਕਾਰ ਨਾਲ ਜਾਂ ਸਮਕਾਰ ਨਾਲ? ਸੋ ਸਹੀ ਉੱਤਰ ਲੰਬਕਾਰ ਨਾਲ। ਅਗਲਾ ਪ੍ਰਸ਼ਨ, ਧਰਤੀ ਦਾ ਤ੍ਰੈਪਾਸੀ ਮਾਡਲ ਕਿਹੜਾ ਹੈ? ਗਲੋਬ, ਨਕਸ਼ਾ ਜਾਂ ਐਟਲਸ? ਸਹੀ ਉੱਤਰ ਗਲੋਬ। ਸੂਰਜ ਦੀਆਂ ਤਿਰਛੀਆਂ ਕਿਰਨਾਂ ਡੈਸ਼ ਜਗ੍ਹਾ ਘੇਰਦੀਆਂ ਹਨ? ਜ਼ਿਆਦਾ, ਘੱਟ ਜਾਂ ਕੋਈ ਨਹੀਂ? ਸਹੀ ਉੱਤਰ ਜ਼ਿਆਦਾ। ਵਿੱਤਕਾਰਾਂ ਦੀ ਗਿਣਤੀ ਕਿੰਨੀ ਹੈ? 181, 360 ਜਾਂ 361? ਸਹੀ ਉੱਤਰ 181। ਦੋਵਾਂ ਧਰੁਵਾਂ ਨੂੰ ਮਿਲਾਉਣ ਵਾਲੀ ਰੇਖਾ ਨੂੰ ਕੀ ਕਹਿੰਦੇ ਹਨ? ਮਕਰ ਰੇਖਾ, ਕਰਕ ਰੇਖਾ ਜਾਂ ਲੰਬਕਾਰ ਰੇਖਾ? ਸਹੀ ਉੱਤਰ ਲੰਬਕਾਰ। ਕਿਹੜੀਆਂ ਰੇਖਾਵਾਂ ਤਾਪਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ? ਅਕਸ਼ਾਂਸ਼, ਦਿਸ਼ਾਂਤਰ ਜਾਂ ਗ੍ਰਿਡ? ਸਹੀ ਉੱਤਰ ਅਕਸ਼ਾਂਸ਼। ਅਕਸ਼ਾਂਸ਼ਾਂ ਦੀ ਗਿਣਤੀ ਕਿੰਨੀ ਹੈ? 181, 360 ਜਾਂ 361? ਸਹੀ ਉੱਤਰ 181। ਦੋ ਲੰਬਕਾਰਾਂ ਵਿੱਚ 1 ਡਿਗਰੀ ਦੀ ਦੂਰੀ ਨੂੰ ਕਿੰਨੇ ਸਮੇਂ ਦੇ ਫਰਕ ਨਾਲ ਸਮਝਿਆ ਜਾਂਦਾ ਹੈ? ਸਹੀ ਉੱਤਰ 4 ਮਿੰਟ। ਗਲੋਬ ਵਿੱਚ ਸਮਾਨਾਂਤਰ ਰੇਖਾਵਾਂ ਕਿਹੜੀਆਂ ਹੁੰਦੀਆਂ ਹਨ? ਅਕਸ਼ਾਂਸ਼, ਦਿਸ਼ਾਂਤਰ ਜਾਂ ਗ੍ਰਿਡ? ਸਹੀ ਉੱਤਰ ਅਕਸ਼ਾਂਸ਼। ਅਕਸ਼ਾਂਸ਼ਾਂ ਦੇ ਦਿਸ਼ਾਂਤਰ ਦੋ ਦੇਸ਼ਾਂ ਦੀ ਦੂਰੀ ਦੇ ਸਮੇਂ ਬਾਰੇ ਦੱਸਦੀਆਂ ਹਨ। ਠੀਕ, ਗਲਤ ਜਾਂ ਕੇਵਲ ਸਮੇਂ ਬਾਰੇ? ਉੱਤਰ ਠੀਕ। ਉਸ ਤੋਂ ਬਾਅਦ ਧਰਤੀ ਦਾ ਜ਼ਿਆਦਾ ਭਾਗ ਕੀ ਹੈ? ਪਾਣੀ, ਜੰਗਲ, ਪਰਬਤ? ਪਾਣੀ। ਭੂਮੱਧ ਰੇਖਾ ਤੋਂ ਧਰੁਵਾਂ ਵੱਲ ਜਾਣ ਤੇ ਗਰਮੀ ਵੱਧਦੀ ਹੈ, ਘਟਦੀ ਹੈ? ਇੱਕ ਸਮਾਨ ਘਟਦੀ ਹੈ। ਧਰਤੀ ਤੇ ਕਿਸ ਦਸ਼ਾ ਤੋਂ ਕਿਸ ਵੱਲ ਘੁੰਮਦੀ ਹੈ? ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ।